ਕਹਾਣੀ ਸੰਸਾਰ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਕਹਾਣੀ ਸੰਸਾਰ ਦੇ ਵਿੱਚ ਅੱਜ ਦੂਸਰੀ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਕਹਾਣੀ ਦਾ ਨਾਮ ਹੈ ਬੋਝ ਅਤੇ ਕਹਾਣੀਕਾਰ ਨੇ ਝੱਲਾ ਡੱਡਵਾਂ ਵਾਲਾ। ਬੜੇ ਰੂਹ ਨਾਲ ਕਹਾਣੀ ਲਿਖੀ ਹੋਈ ਹੈ। ਸਾਡੇ ਸਮਾਜ ਦੀ ਇੱਕ ਵੱਡੀ ਤਰਾਸਦੀ ਨੂੰ ਪੇਸ਼ ਕਰਦੀ ਕਹਾਣੀ ਹੈ। ਇਸ ਤੋਂ ਪਹਿਲਾਂ ਕਿ ਇਸ ਕਹਾਣੀ ਨੂੰ ਤੁਹਾਡੇ ਰੂਬਰੂ ਕਰਦੇ ਹਾਂ, ਤੁਹਾਨੂੰ ਵੀ ਬੇਨਤੀ ਹੈ ਕਿ ਜੇਕਰ ਤੁਸੀਂ ਚੰਗੇ ਕਹਾਣੀਕਾਰ ਹੋ, ਛੋਟੀਆਂ ਕਹਾਣੀਆਂ ਲਿਖਦੇ ਹੋ, ਤਾਂ ਆਪਣੀ ਕੋਈ ਖੂਬਸੂਰਤ ਰਚਨਾ ਸਾਡੀ ਝੋਲੀ ਜ਼ਰੂਰ ਪਾਇਓ, ਤਾਂ ਕਿ ਅਸੀਂ ਉਸ ਕਹਾਣੀ ਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਕੇ ਤੁਹਾਡੇ ਧੰਨਵਾਦੀ ਬਣ ਸਕੀਏ। ਆਓ ਅੱਜ ਦੀ ਕਹਾਣੀ ਦਾ ਆਗਾਜ਼ ਕਰੀਏ। ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰੀਏ। ਕਹਾਣੀ ਸਾਡੇ ਤੁਹਾਡੇ ਕਿਸੇ ਪਿੰਡ ਵਿੱਚ ਤੁਹਾਨੂੰ ਗੁਜ਼ਰੀ ਜਾਪੇਗੀ। ਕਹਾਣੀ ਕਿਸੇ ਸਾਡੇ ਤੁਹਾਡੇ ਪਰਿਵਾਰ ਦੀ ਤੁਹਾਨੂੰ ਲੱਗਣੀ ਹੈ। ਤੇ ਕਹਾਣੀ ਹੈ ਕਰਤਾਰ ਸਿੰਘ ਦੇ ਪਰਿਵਾਰ ਦੀ। ਕਰਤਾਰ ਸਿੰਘ ਬੁਝਿਆ ਸੀ। ਸੁਖਮਨ, ਜੋ ਕਰਤਾਰ ਦੀ ਲਗਭਗ 13 ਕੁ ਵਰ੍ਹਿਆਂ ਦੀ ਬਾਲੜੀ ਸੀ, ਲਗਭਗ 13 ਕੁ ਵਰ੍ਹਿਆਂ ਦੀ ਧੀ ਸੀ, ਸਕੂਲ ਜਾਣ ਵਾਸਤੇ ਤਿਆਰ ਸੀ। ਤੇ ਪ੍ਰੀਤੋ ਆਪਣੇ ਪਤੀ ਕਰਤਾਰ ਸਿੰਘ ਵਾਸਤੇ ਰੋਟੀ ਲੈ ਕੇ ਗਈ। ਲਓ, ਰੋਟੀ ਖਾ ਲਓ ਜੀ। ਪ੍ਰੀਤੋ ਨੇ ਕਿਹਾ, ਮੈਨੂੰ ਭੁੱਖ ਨਹੀਂ ਪ੍ਰੀਤੋ, ਮੈਂ ਨਹੀਂ ਖਾਣੀ। ਪ੍ਰੀਤੋ ਸਮਝ ਗਈ ਕਿ ਕਰਤਾਰ ਨੇ ਅੱਜ ਮੇਰੇ ਆਖੇ ਰੋਟੀ ਖਾਣੀ ਨਹੀਂ। ਪ੍ਰੀਤੋ ਨੇ ਸੁਖਮਨ ਨੂੰ ਰੋਟੀ ਦੇ ਕੇ ਭੇਜਿਆ। ਜਾ ਪੁੱਤ, ਆਪਣੇ ਪਾਪਾ ਨੂੰ ਰੋਟੀ ਦੇ ਆ। ਸੁਖਮਨ ਦਾ ਕਿਹਾ ਕਰਤਾਰ ਕਦੇ ਮੋੜਦਾ ਨਹੀਂ ਸੀ। ਪਾਪਾ ਰੋਟੀ ਖਾ ਲਓ, ਸੁਖਮਨ ਨੇ ਜਾ ਕੇ ਕਿਹਾ। ਮੈਨੂੰ ਭੁੱਖ ਨਹੀਂ ਪੁੱਤ, ਮੈਂ ਨਹੀਂ ਖਾਣੀ। ਕਰਤਾਰ ਦਾ ਲਗਭਗ ਉਹੀ ਘੜਿਆ ਘੜਾਇਆ ਜਵਾਬ। ਕੀ ਗੱਲ, ਕਿਉਂ ਨਹੀਂ ਖਾਣੀ? ਤੁਸੀਂ ਚੁੱਪ ਕਿਉਂ ਪਾਪਾ? ਸੁਖਮਨ ਬੋਲੀ। ਨਹੀਂ ਕੁਝ ਨਹੀਂ ਪੁੱਤ, ਬਸ ਤਬੀਅਤ ਜੀ ਠੀਕ ਨਹੀਂ, ਥੋੜਾ ਢਿੱਲਾ ਜਿਹਾ ਲੱਗਦਾ। ਚਲੋ ਥੋੜੀ ਖਾ ਲਓ। ਸੁਖਮਨ ਦੇ ਕਹੇ ਤੇ ਕਰਤਾਰ ਨੇ ਅੱਧੀ ਕੁ ਚੱਪਾ ਕੁ ਰੋਟੀ ਖਾ ਲਈ। ਤੇ ਉਧਰ ਪ੍ਰੀਤੋ ਨੂੰ ਤੀਸਰਾ ਮਹੀਨਾ ਚੱਲ ਰਿਹਾ ਸੀ। ਉਹ ਕਰਤਾਰ ਨੂੰ ਦੇਰ ਰਾਤ ਤੱਕ ਅਲਟਰਾਸਾਊਂਡ ਕਰਵਾਉਣ ਵਾਸਤੇ ਜ਼ੋਰ ਪਾਉਂਦੀ ਰਹੀ, ਜੋ ਕਿ ਕਰਤਾਰ ਨਹੀਂ ਸੀ ਚਾਹੁੰਦਾ। ਉਹ ਅਲਟਰਾਸਾਊਂਡ ਕਰਵਾਉਣ ਦੇ ਹੱਕ ਵਿੱਚ ਹੀ ਨਹੀਂ ਸੀ, ਕਿਉਂਕਿ ਪ੍ਰੀਤੋ ਕਰਤਾਰ ਤੇ ਲਗਾਤਾਰ ਜ਼ੋਰ ਪਾ ਰਹੀ ਸੀ। ਉਹ ਇਸੇ ਤਰ੍ਹਾਂ ਜ਼ੋਰ ਪਾ ਕੇ ਪਹਿਲਾਂ ਵੀ 2 ਵਾਰ ਭਰੂਣ ਹੱਤਿਆ ਕਰਵਾ ਚੁੱਕੀ ਸੀ। ਇਸੇ ਲਈ ਕਰਤਾਰ ਸਿੰਘ ਚੁੱਪ ਸੀ ਕਿ ਕਿਤੇ ਇਸ ਵਾਰ ਵੀ ਧੀ ਹੋਈ ਤਾਂ ਪ੍ਰੀਤੋ ਫੇਰ ਭਰੂਣ ਹੱਤਿਆ ਕਰਵਾਉਣ ਦੀ ਜ਼ੋਰ ਨਾ ਪਾ ਲਵੇ। ਅਸਲ ਵਿੱਚ ਕਰਤਾਰ ਪਹਿਲਾਂ ਵੀ ਇਸ ਤਰ੍ਹਾਂ ਇਹ 2 ਵਾਰ ਕੰਮ ਕਰਕੇ ਡਾਢਾ ਪਛਤਾ ਰਿਹਾ ਸੀ। ਇਸ ਵਾਰ ਉਹ ਅਲਟਰਾਸਾਊਂਡ ਕਰਵਾਉਣਾ ਹੀ ਨਹੀਂ ਸੀ ਚਾਹੁੰਦਾ। ਉਹ ਇਸ ਦੇ ਬਿਲਕੁਲ ਹੱਕ ਵਿੱਚ ਹੀ ਨਹੀਂ ਸੀ। ਪਰ ਪ੍ਰੀਤੋ ਉਹ ਕਿਸੇ ਵੀ ਹਾਲਤ ਵਿੱਚ ਕਰਤਾਰ ਨੂੰ ਇਸ ਕੰਮ ਦੇ ਵਾਸਤੇ ਰਾਜ਼ੀ ਕਰਨਾ ਚਾਹੁੰਦੀ ਸੀ। ਤੇ ਉਸ ਰਾਤ ਉਸਨੇ ਕਰਤਾਰ ਨੂੰ ਰਾਜ਼ੀ ਵੀ ਕਰ ਲਿਆ। ਤੇ ਸੁਖਮਨ ਸਕੂਲ ਜਾ ਚੁੱਕੀ ਸੀ। ਪ੍ਰੀਤੋ ਚੁੱਲ੍ਹਾ ਚੌਂਕਾ ਸਭ ਸਾਂਭ ਸ਼ਹਿਰ ਨੂੰ ਜਾਣ ਵਾਸਤੇ ਤਿਆਰ ਹੋ ਗਈ। ਕਰਤਾਰ ਤੇ ਪ੍ਰੀਤੋ ਡਾਕਟਰ ਕੋਲ ਸਨ। ਅਲਟਰਾਸਾਊਂਡ ਕਰਨ ਤੋਂ ਬਾਅਦ ਪ੍ਰੀਤੋ ਡਾਕਟਰ ਦੇ ਕੈਬਨ ਤੋਂ ਬਾਹਰ ਆ ਕੇ ਬੈਠ ਗਈ। ਤੇ ਕੁਝ ਦੇਰ ਬਾਅਦ ਕਰਤਾਰ ਨਾਲ ਡਾਕਟਰ ਸਾਹਿਬ ਬਾਹਰ ਆਏ ਤੇ ਆ ਕੇ ਪ੍ਰੀਤੋ ਨੂੰ ਵਧਾਈਆਂ ਦੇਣ ਲੱਗੇ। ਪ੍ਰੀਤ ਕੌਰੇ, ਵਧਾਈਆਂ, ਇਸ ਵਾਰ ਮੁੰਡਾ ਹੋਊ, ਡਾਕਟਰ ਨੇ ਖੁਸ਼ ਹੁੰਦਿਆਂ ਕਿਹਾ। ਕਰਤਾਰ ਤੇ ਪ੍ਰੀਤੋ ਖੁਸ਼ੀ ਘਰ ਨੂੰ ਆ ਰਹੇ ਹੈ। ਤੇ ਪ੍ਰੀਤੋ ਤਾਂ ਅੱਜ ਡਾਢੀ ਖੁਸ਼ ਹੈ, ਬਹੁਤ ਖੁਸ਼, ਜਿਵੇਂ ਦੁਨੀਆ ਦਾ ਹਰ ਖਜ਼ਾਨਾ ਉਸ ਦੀ ਝੋਲੀ ਪੈ ਗਿਆ ਹੋਵੇ। ਸਮਾਂ ਗੁਜ਼ਰਦਾ ਗਿਆ ਤੇ ਘਰ ਦੇ ਵਿੱਚ ਵੱਜੀ ਕਲਕਾਰੀ। ਤੇ ਪ੍ਰੀਤੋ ਦੇ ਘਰ ਇਹ ਕਿਸੇ ਲੜਕੇ ਦੀ ਨਹੀਂ, ਸਗੋਂ ਫੇਰ ਇੱਕ ਕੁੜੀ ਨੇ ਜਨਮ ਲਿਆ। ਪ੍ਰੀਤੋ ਡਾਢੀ ਨਿਰਾਸ਼ ਹੋਈ ਤੇ ਕਰਤਾਰ ਨੇ ਹੌਸਲਾ ਦਿੰਦਿਆਂ ਕਿਹਾ, ਪ੍ਰੀਤੋ, ਜੋ ਰੱਬ ਨੂੰ ਮਨਜ਼ੂਰ ਹੈ, ਰੱਬ ਦਾ ਭਾਣਾ ਹੈ, ਪੁੱਤ ਸਾਡੇ ਕਰਮਾਂ 'ਚ ਨਹੀਂ, ਤੇ ਹੁਣ ਅਸੀਂ ਅਗਾਂਹ ਵੀ ਕੁਝ ਨਹੀਂ ਸੋਚਣਾ। ਪ੍ਰੀਤੋ ਨੇ ਵੀ ਹਾਲਾਤਾਂ ਨਾਲ ਸਮਝੌਤਾ ਤਾਂ ਕਰ ਲਿਆ। ਸਮਾਂ ਗੁਜ਼ਰਦਾ ਗਿਆ। ਛੋਟੀ ਧੀ, ਇਸ ਦਾ ਨਾਮ ਪ੍ਰਤਾਪ ਕੌਰ ਰੱਖ ਦਿੱਤਾ ਗਿਆ। ਪ੍ਰਤਾਪ ਪੜ੍ਹਾਈ ਵਿੱਚ ਡਾਢੀ ਹੁਸ਼ਿਆਰ। ਤੇ ਸੁਖਮਨ ਪੜ੍ਹ ਕੇ ਲੈਕਚਰਰ ਲੱਗ ਗਈ ਤੇ ਸੁਖਮਨ ਦਾ ਵਿਆਹ ਵੀ ਕਰ ਦਿੱਤਾ ਗਿਆ। ਤੇ ਅੱਜ ਕਰਤਾਰ ਦੇ ਘਰ ਡਾਢੀ ਰੌਣਕ ਲੱਗੀ ਹੋਈ ਹੈ। ਵਧਾਈਆਂ ਦੇਣ ਵਾਲਿਆਂ ਦਾ ਧੰਤਾ ਲੱਗਿਆ ਹੋਇਆ ਹੈ। ਅਸਲ ਦੇ ਵਿੱਚ ਅੱਜ ਪ੍ਰਤਾਪ ਦੀ ਜੱਜ ਵਜੋਂ ਨਿਯੁਕਤੀ ਹੋਈ ਹੈ। ਉਹ ਜੱਜ ਬਣ ਕੇ ਪਿੰਡ ਆਈ ਹੈ। ਪਿੰਡ ਦੇ ਲੋਕ, ਰਿਸ਼ਤੇਦਾਰ,
ਮੂੰਹ ਮਲਾਜੇ ਵਾਲੇ ਸਵੇਰ ਤੋਂ ਵਧਾਈਆਂ ਦੇਣ ਵਾਸਤੇ ਆ ਰਹੇ ਹੈ। ਇੱਕ ਜਾ ਰਿਹਾ ਹੈ, ਦੋ ਆ ਰਹੇ ਨੇ। ਪਤਾ ਹੀ ਨਹੀਂ ਲੱਗ ਰਿਹਾ। ਪ੍ਰੀਤੋ ਡਾਢੀ ਖੁਸ਼, ਜ਼ਮੀਨ ਤੇ ਪੈਰ ਨਹੀਂ ਲਾ ਰਹੀ, ਇੰਨੀ ਖੁਸ਼। ਖੁਸ਼ੀ ਵਿੱਚ ਕਮਲੀ ਹੋਈ ਪ੍ਰੀਤੋ ਇੱਕ ਵਾਰ ਤਾਂ ਬਿਨਾਂ ਮਿੱਠੇ ਤੋਂ ਚਾਹ ਲੈ ਆਈ। ਰਿਸ਼ਤੇਦਾਰਾਂ ਲਈ ਚਾਹ ਦੇ ਨਾਲ ਸਭਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਵੀ ਕਰਵਾਈ ਜਾਵੇ ਤੇ ਨਾਲੇ ਇਹ ਵੀ ਭੁੱਲੀ ਜਾਵੇ ਕਿ ਮਿੱਠਾ ਪਾ ਲਿਆ ਚਾਹ 'ਚ ਕਿ ਨਹੀਂ। ਸ਼ਾਮ ਤੱਕ ਜਦੋਂ ਸਾਰੇ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਵਧਾਈਆਂ ਦੇ ਕੇ ਜਾ ਚੁੱਕੇ ਸਨ ਤੇ ਹੁਣ ਘਰ ਦੇ ਵਿੱਚ ਸਿਰਫ ਕਰਤਾਰ ਹੈ, ਪ੍ਰੀਤੋ ਹੈ, ਪ੍ਰਤਾਪ ਹੈ, ਸੁਖਮਨ ਹੈ ਤੇ ਸੁਖਮਨ ਦਾ ਪ੍ਰਾਹੁਣਾ ਹੈ। ਰਾਤ ਦੀ ਰੋਟੀ ਖਾ ਕਰਤਾਰ ਚੁੱਪ ਕਰਕੇ ਬਹਿ ਗਿਆ, ਜਿਵੇਂ ਉਹ ਡੂੰਘੀਆਂ ਸੋਚਾਂ ਵਿੱਚ ਡੁੱਬ ਚੁੱਕਿਆ ਹੋਵੇ। ਪ੍ਰੀਤੋ ਨੇ ਪੁੱਛਿਆ, ਕੀ ਗੱਲ ਤੁਸੀਂ ਠੀਕ ਨਹੀਂ? ਤੁਸੀਂ ਚੁੱਪ ਕਿਉਂ ਹੋ ਗਏ? ਕਿਤੇ ਕੋਈ ਵੱਧ ਘੱਟ ਤਾਂ ਨਹੀਂ ਕਹਿ ਗਿਆ ਤੁਹਾਨੂੰ? ਮਨ ਤੇ ਕੁਝ ਬੋਝ ਸੀ ਜੋ ਹਲਕਾ ਕਰਨਾ ਚਾਹੁੰਦਾ ਸੀ ਕਰਤਾਰ ਬੋਲਿਆ। ਸਾਰਿਆਂ ਨੂੰ ਕੋਲ ਬਿਠਾ ਲਿਆ। ਕਰਤਾਰ ਪ੍ਰੀਤੋ ਨੂੰ ਕਹਿਣ ਲੱਗਾ, ਤੈਨੂੰ ਯਾਦ ਹੈ ਪ੍ਰੀਤੋ? ਕੀ? ਜਦੋਂ ਅਸੀਂ ਪ੍ਰਤਾਪ ਵਾਰੀ ਅਲਟਰਾਸਾਊਂਡ ਕਰਵਾਉਣ ਗਏ ਸੀ। ਪ੍ਰੀਤੋ ਵਿੱਚੋਂ ਟੋਕਦੀ, ਉਹ ਤੁਸੀਂ ਬੋਲਿਆ ਨਾ ਕਰੋ, ਕਿਹੜੀਆਂ ਗੱਲਾਂ ਲੈ ਕੇ ਬਹਿ ਗਏ? ਆਹ ਗੱਲਾਂ ਨਿਆਣਿਆਂ ਦੇ ਸਾਹਮਣੇ ਕਰਨ ਵਾਲੀਆਂ ਨੇ। ਨਹੀਂ, ਅੱਜ ਮੈਨੂੰ ਬੋਝ ਹਲਕਾ ਕਰ ਲੈਣ ਦੇ, ਕਰਤਾਰ ਨੇ ਪ੍ਰੀਤੋ ਨੂੰ ਕਿਹਾ। ਕਰਤਾਰ ਕਹਿਣ ਲੱਗਿਆ, ਪ੍ਰੀਤੋ ਦਰਅਸਲ ਉਦੋਂ ਡਾਕਟਰ ਨੇ ਮੇਰੇ ਕਹੇ ਤੇ ਤੇਰੇ ਨਾਲ ਝੂਠ ਬੋਲਿਆ ਸੀ ਕਿ ਤੇਰੀ ਕੁੱਖ ਵਿੱਚ ਮੁੰਡਾ ਹੈ। ਅਸਲ ਵਿੱਚ ਉਦੋਂ ਵੀ ਕੁੜੀ ਸੀ। ਜੇ ਤੈਨੂੰ ਉਦੋਂ ਸੱਚ ਦੱਸ ਦਿੰਦੇ ਤਾਂ ਸਾਡੇ ਅੱਜ ਘਰ ਵਿੱਚ ਕੋਈ ਜੱਜ ਨਹੀਂ ਸੀ ਪੈਦਾ ਹੋਣਾ। ਕਰਤਾਰ ਤਾਂ ਆਪਣਾ ਬੋਝ ਹਲਕਾ ਕਰਕੇ ਲੱਗਦਾ ਸੁਰਖਰੂ ਹੋ ਗਿਆ ਸੀ, ਪਰ ਉਸੇ ਵਕਤ ਇੰਜ ਲੱਗ ਰਿਹਾ ਸੀ ਜਿਵੇਂ ਪ੍ਰੀਤੋ ਦੀ ਹਿੱਕ ਤੇ ਕਿਸੇ ਨੇ ਪੱਥਰ ਰੱਖ ਦਿੱਤਾ ਹੋਵੇ। ਇੰਜ ਲੱਗਦਾ ਸੀ ਜਿਹੜੇ ਬੋਝ ਤੋਂ ਅੱਜ ਕਰਤਾਰ ਸੁਰਖਰੂ ਹੋਇਆ, ਉਹਦੇ ਤੋਂ ਵੀ ਭਾਰੀ ਬੋਝ ਦੇ ਨਾਲ ਪ੍ਰੀਤੋ ਕਿਸੇ ਬੋਝ ਦੇ ਹੇਠ ਦੱਬੀ ਗਈ। ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ ਬੋਝ, ਜਿਸ ਨੂੰ ਲਿਖਿਆ ਝੱਲਾ ਡੱਡਮਾ ਵਾਲੇ ਨੇ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ ਹੈ। ਸੋ ਜੇਕਰ ਕਹਾਣੀ ਚੰਗੀ ਲੱਗੀ ਹੈ, ਕਿਰਪਾ ਕਰਕੇ ਇਸ ਕਹਾਣੀ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਜੀ ਦੇ ਪੈਦਾ ਹੋਣ ਦੇ ਵਿੱਚ ਅਸੀਂ ਆਪਣਾ ਬਣਦਾ ਯੋਗਦਾਨ ਪਾ ਸਕੀਏ। ਕਿਸੇ ਦੀ ਭਰੂਣ ਹੱਤਿਆ ਹੋਣ ਤੋਂ ਅਸੀਂ ਰੋਕਣ ਦੇ ਵਿੱਚ ਆਪਣਾ ਤਿਲ ਫੁੱਲ ਅਰਪਣ ਕਰ ਸਕੀਏ ਤੇ ਇਸ ਬੁਰਾਈ ਦੇ ਖਿਲਾਫ ਅਸੀਂ ਆਪਣੀ ਇੱਕ ਆਵਾਜ਼ ਸਮਝਾਂਗੇ ਜੇਕਰ ਤੁਸੀਂ ਇਸ ਕਹਾਣੀ ਨੂੰ ਅੱਗੇ ਭੇਜੋਗੇ। ਸੋ ਆਓ, ਸਮਾਂ ਹੁਣ ਲਗਭਗ ਸਮਾਪਤ ਹੈ। ਅਗਲੀ ਕਹਾਣੀ ਦੀ ਤੁਸੀਂ ਵੀ ਉਡੀਕ ਕਰਨੀ ਤੇ ਮੈਂ ਵੀ ਤੁਹਾਡੇ ਵੱਲੋਂ ਕਿਸੇ ਚੰਗੀ ਰਚਨਾ ਦੀ ਉਡੀਕ ਵਿੱਚ ਰਹਾਂਗਾ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।